ਵੀਡੀਓ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਅਸੀਂ ਇਸ ਵੀਡੀਓ ਦੇ ਵਿੱਚ ਗੱਲ ਕਰਨੀ ਹੈ ਸਪੈਸੀਫਿਕ ਹੀਟ ਕਪੈਸਿਟੀ ਦੇ ਬਾਰੇ, ਸੀਪੀ ਐਂਡ ਸੀਵੀ। ਉਸ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਹੀਟ ਦੇ ਬਾਰੇ ਕਿ ਹੀਟ ਕੀ ਚੀਜ਼ ਹੈ। ਸੋ ਇਟ ਇਜ਼ ਅ ਫਾਰਮ ਆਫ એનર્ਜੀ ਵਿਚ ਇਜ਼ ਕਨਵਰਟੀਏਬਲ ਔਰ ਟਰਾਂਸਫਰਮੇਬਲ between a system and surrounding when there is a temperature difference between the bodies। ਜਦੋਂ ਵੀ ਕਦੇ ਦੋ ਬੋਡੀਜ਼ ਦੇ ਇਨ ਬਿਟਵੀਨ ਕੁਝ ਟੈਂਪਰੇਚਰ ਡਿਫਰੈਂਸ ਹੋਏਗਾ, ਸੋ ਵੱਧ ਟੈਂਪਰੇਚਰ ਵਾਲੀ ਸਾਈਡ ਤੋਂ ਘੱਟ ਟੈਂਪਰੇਚਰ ਵਾਲੀ ਸਾਈਡ 'ਤੇ ਆਟੋਮੈਟਿਕਲੀ ਹੀਟ ਦਾ ਟਰਾਂਸਫਰ ਹੋਣਾ ਲਾਜ਼ਮੀ ਹੈ, ਸ਼ੁਰੂ ਹੋ ਜਾਏਗਾ। ਸੋ ਕਹਿੰਦਾ ਹੈ ਕਿ ਜੋ ਹੀਟ ਹੈ ਇੱਕ ਫਾਰਮ ਆਫ એનર્ਜੀ ਹੈ, એનર્ਜੀ ਦੀ ਇੱਕ ਫਾਰਮ ਹੈ ਜੋ ਕਿ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਟਰਾਂਸਫਰ ਹੋ ਸਕਦੀ ਹੈ ਜਾਂ ਇਹ ਇੱਕ ਫਾਰਮ ਤੋਂ ਦੂਸਰੀ ਫਾਰਮ ਦੇ ਵਿੱਚ ਕਨਵਰਟ ਹੋ ਸਕਦੀ ਹੈ। ਇਟ ਇਜ਼ ਡਿਨੋਟਿਡ ਬਾਈ ਦਾ ਸਿੰਬਲ ਕਿਊ। ਇਸ ਨੂੰ ਅਸੀਂ ਕਿਊ ਸਿੰਬਲ ਦੇ ਨਾਲ ਡਿਨੋਟ ਕਰਦੇ ਹਾਂ। ਇਟ ਮੇ ਬੀ ਪੋਜ਼ੀਟਿਵ ਔਰ ਨੈਗੇਟਿਵ। ਇਹ ਪੋਜ਼ੀਟਿਵ ਵੀ ਹੋ ਸਕਦੀ ਹੈ ਅਤੇ ਨੈਗੇਟਿਵ ਵੀ ਹੋ ਸਕਦੀ ਹੈ। ਆਓ ਦੇਖਦੇ ਹਾਂ ਇਹਨੂੰ ਪੋਜ਼ੀਟਿਵ ਕਦੋਂ ਲੈਣਾ ਹੈ ਅਤੇ ਨੈਗੇਟਿਵ ਕਦੋਂ ਲੈਣਾ ਹੈ। ਇਫ ਦਾ ਹੀਟ ਇਜ਼ ਗਿਵਨ ਟੂ ਦਾ ਸਿਸਟਮ ਦੈਨ ਇਟ ਇਜ਼ ਪੋਜ਼ੀਟਿਵ ਕਿਊ। ਕਿ ਜਦੋਂ ਅਸੀਂ ਕਿਸੇ ਸਿਸਟਮ ਨੂੰ ਹੀਟ ਪ੍ਰੋਵਾਈਡ ਕਰ ਰਹੇ ਹਾਂ, ਦੇ ਰਹੇ ਹਾਂ, ਤਾਂ ਉਸ ਟਾਈਮ ਅਸੀਂ ਕਿਊ ਨੂੰ ਪੋਜ਼ੀਟਿਵ ਲੈਣਾ ਹੈ। ਬਟ ਇਫ ਦਾ ਹੀਟ ਇਜ਼ ਰਿਜੈਕਟਿਡ ਫਰੋਮ ਦਾ ਸਿਸਟਮ ਦੈਨ ਇਟ ਇਜ਼ ਮਾਈਨਸ ਕਿਊ। ਕਿ ਜਦੋਂ ਕਿਸੇ ਸਿਸਟਮ ਦੇ ਵਿੱਚੋਂ ਅਸੀਂ ਹੀਟ ਨੂੰ ਰਿਜੈਕਟ ਕਰ ਰਹੇ ਹਾਂ, ਉਹਦੇ ਵਿੱਚੋਂ ਹੀਟ ਨੂੰ ਕੱਢ ਰਹੇ ਹਾਂ, ਤਾਂ ਉਸ ਟਾਈਮ ਅਸੀਂ ਕਿਊ ਦੀ ਵੈਲਿਊ ਮਾਈਨਸ ਕਿਊ ਲੈਣੀ ਹੈ। ਇਟਸ ਯੂਨਿਟਸ ਆਰ ਜਾਊਲਸ। ਸੋ ਜੋ ਹੀਟ ਦੇ ਯੂਨਿਟਸ ਹੋਣਗੇ ਉਹ ਸਾਡੇ ਕੋਲ ਜਾਊਲਸ ਹੋਣਗੇ। ਜਿਵੇਂ ਕਿ ਅਸੀਂ ਦੇਖਿਆ ਕਿ ਹੀਟ ਜੋ ਹੈ એનર્ਜੀ ਦੀ ਹੀ ਫਾਰਮ ਹੈ, એનર્ਜੀ ਦੇ ਯੂਨਿਟਸ ਜਾਊਲ ਹੁੰਦੇ ਨੇ, ਦੇਅਰਫੋਰ ਹੀਟ ਦੇ ਯੂਨਿਟਸ ਵੀ ਕੀ ਆ ਗਏ ਸਾਡੇ ਕੋਲ ਜਾਊਲਸ। ਨੈਕਸਟ ਅਸੀਂ ਗੱਲ ਕਰਾਂਗੇ ਸਪੈਸੀਫਿਕ ਹੀਟ ਕਪੈਸਿਟੀਜ਼ ਆਫ ਦਾ ਗੈਸ, ਕਿ ਕਿਸੇ ਵੀ ਗੈਸ ਦੀਆਂ ਸਪੈਸੀਫਿਕ ਹੀਟ ਕਪੈਸਿਟੀਜ਼ ਕੀ ਹੋ ਸਕਦੀਆਂ ਨੇ। ਸੋ ਇੱਥੇ ਬ੍ਰੈਕਟ ਦੇ ਵਿੱਚ ਮੈਂ ਕੁਝ ਨੋਟ ਕੀਤਾ ਹੈ ਕਿ ਜੋ ਇਸ ਦੀਆਂ ਵੈਲਿਊਜ਼ ਹੋ ਸਕਦੀਆਂ ਨੇ ਸਪੈਸੀਫਿਕ ਹੀਟ ਦੀਆਂ, ਉਹ 0 ਟੂ ਇਨਫੀਨਿਟੀ ਦੇ ਇਨ ਬਿਟਵੀਨ ਕੁਝ ਵੀ ਹੋ ਸਕਦੀ ਹੈ। ਹੁਣ 0 ਟੂ ਇਨਫੀਨਿਟੀ ਦਾ ਕਹਿਣ ਦਾ ਮਤਲਬ ਇੱਥੇ ਦੱਸਣ ਦਾ ਕੀ ਹੈ ਕਿ ਜਦੋਂ ਸਾਡੇ ਕੋਲ ਸਪੈਸੀਫਿਕ ਹੀਟ ਕਪੈਸਿਟੀ ਕਿਊ ਦੀ ਵੈਲਿਊ ਅਸੀਂ 0 ਲੈ ਲਈ ਔਰ ਉਸ ਜਗ੍ਹਾ 'ਤੇ ਮੇਰੇ ਕੋਲ ਜੋ ਹੀਟ ਟਰਾਂਸਫਰ ਹੋਏਗਾ ਉਹ ਮੇਰੇ ਕੋਲ 0 ਹੋਏਗਾ, ਤਾਂ ਉਸ ਟਾਈਮ ਮੇਰੇ ਕੋਲ ਜੋ ਸੀ ਦੀ ਵੈਲਿਊ ਆਏਗੀ ਉਹ 0 ਹੋਏਗੀ। ਇਸ ਤਰ੍ਹਾਂ ਦਾ ਪ੍ਰੋਸੈਸ ਸਾਡਾ ਕਿਹੜਾ ਹੋ ਸਕਦਾ ਹੈ, ਜਿਵੇਂ ਕਿ ਐਡੀਆਬੈਟਿਕ ਪ੍ਰੋਸੈਸ ਹੈ। ਤਾਂ ਐਡੀਆਬੈਟਿਕ ਪ੍ਰੋਸੈਸ ਦੇ ਵਿੱਚ ਸਾਨੂੰ ਪਤਾ ਹੈ ਕਿ ਹੀਟ ਟਰਾਂਸਫਰ 0 ਹੁੰਦਾ ਹੈ, ਤਾਂ ਉਸ ਕੇਸ ਦੇ ਵਿੱਚ ਸਾਡੇ ਕੋਲ ਸਪੈਸੀਫਿਕ ਹੀਟ ਕਪੈਸਿਟੀ ਦੀ ਵੈਲਿਊ 0 ਆਏਗੀ। ਇਨਫਿਨਿਟੀ ਦਾ ਕੇਸ ਇੱਥੇ ਮੈਂ ਲਿਖਿਆ ਹੈ T ਇਜ਼ ਇਕੁਅਲਸ ਟੂ 0, ਕਿ ਜਦੋਂ ਅਸੀਂ ਟੈਂਪਰੇਚਰ ਕੌਨਸਟੈਂਟ ਲੈ ਲਿਆ, ਐਗਜ਼ਾਮਪਲ ਦੇ ਤੌਰ 'ਤੇ ਆਈਸੋਥਰਮਲ ਪ੍ਰੋਸੈਸ ਹੈ, ਉਸ ਪ੍ਰੋਸੈਸ ਦੇ ਵਿੱਚ ਸਾਡਾ ਜੋ ਟੈਂਪਰੇਚਰ ਟਰਾਂਸਫਰ ਹੈ ਉਹ ਨਹੀਂ ਹੁੰਦਾ, ਟੈਂਪਰੇਚਰ ਕੌਨਸਟੈਂਟ ਹੁੰਦਾ ਹੈ। ਤਾਂ ਉਸ ਕੇਸ ਦੇ ਲਈ ਸਾਡੇ ਕੋਲ ਇਸੇ ਇਕੁਏਸ਼ਨ ਦੇ ਵਿੱਚ ਅਗਰ T ਨੂੰ ਅਸੀਂ 0 ਪੁੱਟ ਕਰਾਂਗੇ ਤਾਂ ਇਕੁਏਸ਼ਨ ਸਾਡੀ ਬਣ ਜਾਏਗੀ ਇਨਫਿਨਿਟੀ, ਕਿ C ਦੀ ਵੈਲਿਊ ਸਾਡੀ ਇਨਫਿਨਿਟੀ ਆ ਰਹੀ ਹੈ। ਸੋ ਇੱਥੇ ਆਓ ਦੇਖਦੇ ਹਾਂ ਕਿ ਜੋ ਸਾਡੀ ਕੋਲ ਸਪੈਸੀਫਿਕ ਹੀਟ ਕਪੈਸਿਟੀ ਹੈ ਇਹਨੂੰ ਅਸੀਂ ਕਿਸ ਤਰੀਕੇ ਨਾਲ ਡਿਫਾਈਨ ਕਰ ਸਕਦੇ ਹਾਂ। ਕਹਿੰਦਾ the amount of heat required to raise the temperature of a unit mass of a gas through 1 degree centigrade। ਕਿ ਅਗਰ ਐਗਜ਼ਾਮਪਲ ਦੇ ਤੌਰ ਦੇ ਉੱਤੇ ਸਾਡੇ ਕੋਲ ਇੱਕ ਯੂਨਿਟ ਮਾਸ ਦੀ ਕੁਝ ਗੈਸ ਹੈ, ਉਸ ਦਾ ਮੈਂ 1 ਡਿਗਰੀ ਟੈਂਪਰੇਚਰ ਰਾਈਜ਼ ਕਰਨਾ ਹੈ, ਤਾਂ ਉਸ ਦੇ 1 ਡਿਗਰੀ ਟੈਂਪਰੇਚਰ ਰਾਈਜ਼ ਕਰਨ ਵਾਸਤੇ ਸਾਨੂੰ ਕਿੰਨੇ ਟੈਂਪਰੇਚਰ ਦੀ ਲੋੜ ਪੈਂਦੀ ਹੈ, ਕਿੰਨੀ ਹੀਟ ਦੀ ਲੋੜ ਪੈਂਦੀ ਹੈ। ਤਾਂ ਕਿੰਨੀ ਹੀਟ ਰਿਕੁਆਇਰਡ ਹੈ ਕਿਸੇ ਵੀ ਇੱਕ ਯੂਨਿਟ ਮਾਸ ਦੇ ਗੈਸ ਦੇ ਸਬਸਟੈਂਸ ਨੂੰ 1 ਡਿਗਰੀ ਟੈਂਪਰੇਚਰ ਵਧਾਉਣ ਲਈ ਜਾਂ ਘਟਾਉਣ ਲਈ। ਅਗਰ ਟੈਂਪਰੇਚਰ ਵਧਾਉਣਾ ਹੈ ਤਾਂ ਸਾਨੂੰ ਹੀਟ ਦੇਣੀ ਪਏਗੀ, ਅਗਰ ਟੈਂਪਰੇਚਰ ਘਟਾਉਣਾ ਹੈ ਤਾਂ ਹੀਟ ਐਕਸਟਰੈਕਟ ਕਰਨੀ ਪਏਗੀ। ਤਾਂ ਉਸ ਟਾਈਮ 1 ਡਿਗਰੀ ਦਾ ਟੈਂਪਰੇਚਰ ਵੇਰੀਏਸ਼ਨ ਦੇ ਲਈ ਕਿੰਨੀ ਹੀਟ ਸਪਲਾਈ ਕੀਤੀ ਜਾਂ ਕਿੰਨੀ ਰਿਜੈਕਟ ਕੀਤੀ, ਉਸ ਨੂੰ ਅਸੀਂ ਕਾਊਂਟ ਕਰਦੇ ਹਾਂ ਸਪੈਸੀਫਿਕ ਹੀਟ ਕੈਪੈਸਿਟੀ। ਇਸ ਨੂੰ ਅਸੀਂ ਰੀਪ੍ਰਜੈਂਟ ਕਰਦੇ ਹਾਂ ਗਿਵਨ ਰਿਲੇਸ਼ਨ ਦੇ ਨਾਲ, ਜਿਵੇਂ ਤੁਸੀਂ ਦੇਖ ਪਾ ਰਹੇ ਹੋ C ਇਜ਼ ਇਕੁਅਲਸ ਟੂ Q ਅਪੋਨ M ਇੰਟੂ ਡੈਲਟਾ T। ਇੱਥੇ ਅਸੀਂ C ਕੀ ਰਿਪਰਜੈਂਟ ਕਰ ਰਿਹਾ ਹੈ, ਸਪੈਸੀਫਿਕ ਹੀਟ ਕੈਪੈਸਿਟੀ, Q ਕੀ ਰਿਪਰਜੈਂਟ ਕਰ ਰਿਹਾ, ਹੀਟ ਰਿਕੁਆਇਰਡ, M ਹੈ ਯੂਨਿਟ ਮਾਸ, ਡੈਲਟਾ T ਹੈ ਚੇਂਜ ਇਨ ਟੈਂਪਰੇਚਰ ਥਰੂ 1 ਡਿਗਰੀ ਸੈਂਟੀਗ੍ਰੇਡ। ਇੱਥੇ ਅਸੀਂ ਕੁਝ ਐਗਜ਼ਾਮਪਲ ਦੇ ਤੌਰ ਦੇ ਉੱਤੇ ਲਿਆ ਹੈ ਕਿ ਜੋ ਵਾਟਰ ਦੀ ਸਪੈਸੀਫਿਕ ਹੀਟ ਵੈਲਿਊ ਹੁੰਦੀ ਹੈ ਉਹ ਹੁੰਦੀ ਹੈ ਸਾਡੇ ਕੋਲ 4.2 ਜਾਊਲ ਪਰ ਗ੍ਰਾਮ ਡਿਗਰੀ ਸੈਂਟੀਗ੍ਰੇਡ। ਹੁਣ ਸਪੋਜ਼ ਇੱਥੇ ਅਸੀਂ ਇਸ ਨੂੰ ਐਕਸਪਲੇਨ ਕਰਨਾ ਹੈ ਕਿ ਇਸ ਨੂੰ ਅਸੀਂ ਕਿਸ ਤਰੀਕੇ ਨਾਲ ਐਕਸਪਲੇਨ ਕਰਾਂਗੇ ਕਿ ਜਦੋਂ ਵੀ ਕਿਤੇ ਅਸੀਂ 1 ਗ੍ਰਾਮ ਦੇ ਵਾਟਰ ਨੂੰ ਹੀਟ ਅਪ ਕਰੀਏ ਤਾਂ ਉਹਦਾ ਟੈਂਪਰੇਚਰ ਸਾਡੇ ਕੋਲ 1 ਡਿਗਰੀ ਸੈਂਟੀਗ੍ਰੇਡ ਵੱਧ ਜਾਵੇ, ਤਾਂ ਉਸ ਲਈ ਸਾਨੂੰ ਕਿੰਨੀ ਹੀਟ ਸਪਲਾਈ ਕਰਨੀ ਪਏਗੀ, ਦੈਟ ਇਜ਼ 4.2 ਜਾਊਲਸ ਆਫ ਹੀਟ। ਸੋ ਇਹ ਸਾਨੂੰ ਸਾਰਾ ਰਿਪਰਜੈਂਟ ਕਰ ਰਿਹਾ ਹੈ ਕਿ 4.2 ਜਾਊਲ ਪਰ ਗ੍ਰਾਮ ਡਿਗਰੀ ਸੈਂਟੀਗ੍ਰੇਡ ਦੀ
ਹੀਟ ਦੀ ਲੋੜ ਹੈ ਪਾਣੀ ਦਾ ਟੈਂਪਰੇਚਰ 1 ਡਿਗਰੀ ਸੈਂਟੀਗ੍ਰੇਡ ਵਧਾਉਣ ਦੇ ਲਈ, ਔਰ ਜਦੋਂ ਸਾਡਾ ਮਾਸ ਆਫ ਵਾਟਰ ਹੋਏਗਾ 1 ਗ੍ਰਾਮ। ਸੋ ਨੈਕਸਟ ਅਸੀਂ ਗੱਲ ਕਰਾਂਗੇ ਇਟ ਇਜ਼ ਆਫ 2 ਟਾਈਪਸ, ਕਿ ਜੋ ਸਪੈਸੀਫਿਕ ਹੀਟ ਕਪੈਸਿਟੀਜ਼ ਨੇ ਉਹ ਸਾਡੇ ਕੋਲ 2 ਤਰ੍ਹਾਂ ਦੀਆਂ ਹੋ ਸਕਦੀਆਂ ਨੇ। ਸਪੈਸੀਫਿਕ ਹੀਟ ਕਪੈਸਿਟੀ ਐਟ ਕੌਨਸਟੈਂਟ ਵੋਲਿਊਮ, ਉਹ ਹੈ CV। ਸਪੈਸੀਫਿਕ ਹੀਟ ਕਪੈਸਿਟੀ ਐਟ ਕੌਨਸਟੈਂਟ ਪ੍ਰੈਸ਼ਰ, ਉਹ ਹੈ CP। ਸੋ ਆਓ 1 ਬਾਏ 1 ਹੁਣ ਡਿਸਕਸ ਕਰਾਂਗੇ CP ਤੇ CV ਦੇ ਬਾਰੇ। ਸੋ ਆਓ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਸਪੈਸੀਫਿਕ ਹੀਟ ਕਪੈਸਿਟੀ ਐਟ ਕੌਨਸਟੈਂਟ ਵੋਲਿਊਮ ਆਫ ਦਾ ਗੈਸ, ਕਿ ਸਪੈਸੀਫਿਕ ਹੀਟ ਕਪੈਸਿਟੀ ਸਾਡੇ ਕੋਲ ਕੌਨਸਟੈਂਟ ਵੋਲਿਊਮ ਆਫ ਦਾ ਗੈਸ ਕੀ ਹੋਏਗੀ, ਕਿ ਜਦੋਂ ਕਿਸੇ ਵੀ ਕੁਛ ਅਮਾਊਂਟ ਦੇ ਗੈਸ ਦਾ ਵੋਲਿਊਮ ਅਸੀਂ ਕੌਨਸਟੈਂਟ ਰੱਖ ਲਈਏ ਤਾਂ ਉਸ ਟਾਈਮ ਉਸ ਦੀ ਜੋ ਸਪੈਸੀਫਿਕ ਹੀਟ ਕਪੈਸਿਟੀ ਹੋਏਗੀ, ਜਿਸ ਨੂੰ ਅਸੀਂ CV ਦੇ ਨਾਲ ਡਿਨੋਟ ਕਰਾਂਗੇ, ਉਹ ਕੀ ਹੋਏਗੀ। ਤਾਂ ਕਹਿੰਦਾ ਹੈ ਦ ਅਮਾਊਂਟ ਆਫ ਹੀਟ ਰਿਕੁਆਇਰਡ ਟੂ ਰੇਜ਼ ਦ ਟੈਂਪਰੇਚਰ ਆਫ ਅ ਯੂਨਿਟ ਮਾਸ ਆਫ ਦ ਗੈਸ ਬਾਈ 1 ਡਿਗਰੀ ਸੈਂਟੀਗ੍ਰੇਡ ਐਟ ਕੌਨਸਟੈਂਟ ਵੋਲਿਊਮ ਇਜ਼ ਨੋਨ ਐਜ਼ ਸਪੈਸੀਫਿਕ ਹੀਟ ਕਪੈਸਿਟੀ ਐਟ ਕੌਨਸਟੈਂਟ ਵੋਲਿਊਮ। ਕਿ ਜਿਵੇਂ ਕਿ ਦੱਸਿਆ ਹੈ ਕਿ ਜਦੋਂ ਕਿਤੇ ਅਸੀਂ ਗੈਸ ਦੀ ਇੱਕ ਕੁਝ ਅਮਾਊਂਟ ਜਿਹਦੇ ਵਿੱਚ ਅਸੀਂ ਲਿਆ ਹੈ ਯੂਨਿਟ ਮਾਸ, ਕਿ ਅਗਰ ਮੇਰੇ ਕੋਲ 1 ਯੂਨਿਟ ਮਾਸ ਦੀ ਬਾਏ ਮਾਸ ਮੇਰੇ ਕੋਲ ਗੈਸ ਹੈ ਤਾਂ ਉਸ ਦਾ ਟੈਂਪਰੇਚਰ ਮੈਂ 1 ਡਿਗਰੀ ਸੈਂਟੀਗ੍ਰੇਡ ਵਧਾਉਣਾ ਹੈ ਜਾਂ ਘਟਾਉਣਾ ਹੈ। ਉਸ ਦੇ ਲਈ ਸਾਨੂੰ ਕਿੰਨੀ ਹੀਟ ਸਪਲਾਈ ਕਰਨੀ ਪਏਗੀ ਜਾਂ ਕਿੰਨੀ ਰਿਜੈਕਟ ਕਰਨੀ ਪਏਗੀ, ਪਰ ਕੰਡੀਸ਼ਨ ਕੀ ਹੈ ਐਟ ਕੌਨਸਟੈਂਟ ਵੋਲਿਊਮ। ਉਸ ਟਾਈਮ ਉਸ ਗੈਸ ਦਾ ਜੋ ਵੋਲਿਊਮ ਹੋਏਗਾ ਉਹ ਸਾਨੂੰ ਕੌਨਸਟੈਂਟ ਲੈਣਾ ਪਏਗਾ। ਸੋ ਇਸ ਨੂੰ ਰਿਪਰੈਜ਼ੈਂਟ ਕਰਦੇ ਹਾਂ ਅਸੀਂ CV ਟਰਮ ਦੇ ਨਾਲ। ਯੂਨਿਟਸ ਇਹਦੇ ਹੁੰਦੇ ਨੇ CV ਇਜ਼ ਕਿਲੋ ਜਾਊਲ ਪਰ kg ਕੈਲਵਿਨ। ਸੋ ਇਸ ਨੂੰ ਅਸੀਂ ਰਿਪਰੈਜ਼ੈਂਟ ਕਿਵੇਂ ਕਰਦੇ ਹਾਂ, CV ਇਜ਼ ਇਕੁਅਲਸ ਟੂ Q ਅਪੋਨ M ਇੰਟੂ ਡੈਲਟਾ T। ਸੋ ਇਸੇ ਨੂੰ ਹੀ ਅਸੀਂ ਉਸ ਰਿਲੇਸ਼ਨ ਦੇ ਅਕੋਰਡਿੰਗਲੀ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਹੈ, ਜੋ ਉੱਤੇ ਡੈਫੀਨੇਸ਼ਨ ਸੀ ਉਹ ਆਪਾਂ ਪਹਿਲਾਂ ਡਿਸਕਸ ਕਰ ਹੀ ਚੁੱਕੇ ਹਾਂ। ਸੋ ਐਗਜ਼ਾਮਪਲ ਦੇ ਤੌਰ ਦੇ ਉੱਤੇ ਅਸੀਂ ਇੱਕ ਕੁਛ ਐਕਸਪੈਰੀਮੈਂਟੇਸ਼ਨ ਕੀਤੀ, ਤਾਂ ਉਹਦੇ ਵਿੱਚ ਅਸੀਂ ਇੱਕ ਕੰਟੇਨਰ ਲੈ ਲਿਆ। ਕੰਟੇਨਰ ਦੇ ਵਿੱਚ ਅਸੀਂ ਕੀ ਲਿਆ, ਕੁਛ ਗੈਸ ਪਾਰਟੀਕਲਸ ਲੈ ਲਏ, ਬਿਲਕੁਲ ਕਲੋਜ਼ ਕੰਟੇਨਰ ਹੋਏਗਾ। ਤਾਂ ਦੇਖਾਂਗੇ ਕਿ ਜਦੋਂ ਅਸੀਂ ਨੀਚੇ ਬਰਨਰ ਲਗਾ ਕੇ ਉਸ ਨੂੰ ਕੌਨਸਟੈਂਟ ਹੀਟ ਸਪਲਾਈ ਕਰਨੀ ਸਟਾਰਟ ਕੀਤੀ ਤਾਂ ਉਹਦੇ ਅੰਦਰ ਕੀ ਕੀ ਚੇਂਜਸ ਆਉਣੇ ਸਟਾਰਟ ਹੋ ਗਏ। ਤਾਂ ਜਦੋਂ ਕੌਨਸਟੈਂਟ ਹੀਟ ਅਸੀਂ ਸਪਲਾਈ ਕੀਤੀ ਤਾਂ ਇਹਦੇ ਵਿੱਚ ਅਸੀਂ ਦੇਖਿਆ ਕਿ ਇਸ ਦੇ ਵਿੱਚ ਜੋ ਸਾਡਾ ਟੈਂਪਰੇਚਰ ਹੈ ਉਹ ਤਾਂ ਵਧੇਗਾ ਹੀ ਵਧੇਗਾ ਥਰੂ 1 ਡਿਗਰੀ ਸੈਂਟੀਗ੍ਰੇਡ। ਤਾਂ ਉਸ ਦੌਰਾਨ ਸਾਡੇ ਕੋਲ ਕੀ ਚੇਂਜਸ ਆਏ ਕਿ ਜਦੋਂ ਥੱਲੋਂ ਹੀਟ ਅਸੀਂ ਸਪਲਾਈ ਕੀਤੀ ਤਾਂ ਉਸ ਟਾਈਮ ਉਸ ਗੈਸ ਦਾ ਜੋ ਟੈਂਪਰੇਚਰ ਸੀ ਜਾਂ ਪ੍ਰੈਸ਼ਰ ਸੀ ਦੋਨੋਂ ਹੀ ਵਧਣੇ ਸਟਾਰਟ ਹੋ ਗਏ, ਔਰ ਉਸ ਦੇ ਕਰਕੇ ਜੋ ਉਸ ਗੈਸ ਦੀ ਕਾਈਨੈਟਿਕ એનર્ਜੀ ਹੋਏਗੀ, ਕਾਈਨੈਟਿਕ એનર્ਜੀ ਆਫ ਦਾ ਮੋਲੀਕਿਊਲਸ, ਉਹ ਇਨਕਰੀਜ਼ ਕਰ ਜਾਏਗੀ। ਤਾਂ ਇਨਕਰੀਜ਼ ਕਰਨ ਦੇ ਕਰਕੇ ਉਸ ਦੇ ਅੰਦਰ ਜੋ ਉਸ ਦੀ ਮੂਵਮੈਂਟ ਹੋਏਗੀ ਮੋਲੀਕਿਊਲਸ ਦੀ ਉਹ ਵੱਧ ਜਾਏਗੀ। ਬਟ ਇਹਦੇ ਨਾਲ ਹੀ ਅਸੀਂ ਇਹ ਚੀਜ਼ ਦੇਖ ਰਹੇ ਹਾਂ ਕਿ ਇਸ ਦੇ ਅੰਦਰ ਵੋਲਿਊਮ ਦੇ ਵਿੱਚ ਕੋਈ ਚੇਂਜ ਨਹੀਂ ਆਇਆ। ਅਗਰ ਵੋਲਿਊਮ ਦੇ ਵਿੱਚ ਕੋਈ ਚੇਂਜ ਨਹੀਂ ਆਇਆ, ਇਟ ਮੀਨਸ ਇਹਦੇ ਅੰਦਰ ਕਿਸੇ ਵੀ ਤਰ੍ਹਾਂ ਦਾ ਵਰਕ ਸਾਨੂੰ ਨਹੀਂ ਮਿਲੇਗਾ, ਆਊਟਪੁੱਟ ਸਾਨੂੰ ਨਹੀਂ ਮਿਲੇਗਾ। ਸੋ ਉਸ ਦੇ ਕਰਕੇ ਜੋ ਇਹਦੇ ਵਿੱਚ ਚੇਂਜਸ ਆਏ ਉਹ ਅਸੀਂ ਸਾਹਮਣੇ ਦੇਖ ਹੀ ਪਾ ਰਹੇ ਹਾਂ ਕਿ ਸਿੰਪਲੀ ਸਾਡੇ ਕੋਲ ਇਸ ਦੇ ਅੰਦਰ ਸਿਰਫ ਟੈਂਪਰੇਚਰ ਚੇਂਜ ਹੋਇਆ, ਵੋਲਿਊਮ ਸਾਡਾ ਕੌਨਸਟੈਂਟ ਹੈ, ਟੈਂਪਰੇਚਰ ਵਧਿਆ, ਪ੍ਰੈਸ਼ਰ ਵਧਿਆ। ਸੋ ਇਹਦੇ ਨਾਲ ਹੀ ਇੱਕ ਚੀਜ਼ ਹੋਰ ਦੱਸੀ ਹੋਈ ਹੈ, ਆਲ ਦਾ ਹੀਟ ਸਪਲਾਈਡ ਰਿਮੇਨਸ ਵਿਦ ਦਾ ਬੋਡੀ ਆਫ ਦਾ ਗੈਸ, ਕਿ ਜਿੰਨੀ ਵੀ ਹੀਟ ਅਸੀਂ ਸਪਲਾਈ ਕੀਤੀ ਉਹ ਬੋਡੀ ਦੇ ਅੰਦਰ ਹੀ ਰਹਿ ਜਾਏਗੀ। ਸੋ ਇੱਥੇ ਅਸੀਂ ਇੱਕ ਇਕੁਏਸ਼ਨ ਜੋ ਰਿਲੇਸ਼ਨ ਅਸੀਂ ਉੱਪਰ ਵੀ ਦਿਖਾਇਆ ਸੀ ਕਿ CV ਇਜ਼ ਇਕੁਅਲਸ ਟੂ Q ਅਪੋਨ M ਇੰਟੂ ਡੈਲਟਾ T, ਇਸੇ ਨੂੰ ਹੀ ਅਸੀਂ ਸਟ੍ਰੇਟ ਫਾਰਮ ਦੇ ਵਿੱਚ ਲਿਖ ਲਿਆ। ਇਸ ਟਰਮ ਨੂੰ ਅਸੀਂ ਮਲਟੀਪਲਾਈ ਕਰਤਾ CV ਦੇ ਨਾਲ, ਜੋ ਸਾਡੇ ਕੋਲ ਵੈਲਿਊ ਆਈ Q ਇਜ਼ ਇਕੁਅਲਸ ਟੂ CV ਇੰਟੂ M ਇੰਟੂ ਡੈਲਟਾ T, ਜਿੱਥੇ ਡੈਲਟਾ T ਰਿਪਰੈਜ਼ੈਂਟ ਕਰ ਰਿਹਾ ਹੈ ਚੇਂਜ ਇਨ ਟੈਂਪਰੇਚਰ। T1 ਇਜ਼ ਦਾ ਇਨੀਸ਼ੀਅਲ ਟੈਂਪਰੇਚਰ, T2 ਇਜ਼ ਦਾ ਫਾਈਨਲ ਟੈਂਪਰੇਚਰ। ਜੋ ਇਕੁਏਸ਼ਨ ਸਾਡੇ ਕੋਲ ਫਾਈਨਲ ਸਾਹਮਣੇ ਆਏਗੀ ਦੈਟ ਇਜ਼ M ਇੰਟੂ CV T2 ਮਾਈਨਸ T1। ਸੋ ਨੈਕਸਟ ਇੱਥੇ ਅਸੀਂ ਐਗਜ਼ਾਮਪਲ ਦੇ ਤੌਰ ਦੇ ਉੱਤੇ ਇੱਕ ਇੱਥੇ ਸ਼ੋਅ ਕੀਤਾ ਹੈ ਕਿ ਵੈਲਿਊ ਆਫ CV ਫॉर 에ਅਰ ਇਨ SI ਸਿਸਟਮ, ਕਿ 에ਅਰ ਦੀ ਜੋ ਵੈਲਿਊ ਹੋਏਗੀ CV ਦੀ ਉਹ ਕੁਛ ਇਸ ਤਰ੍ਹਾਂ ਹੋਏਗੀ 0.7128 ਕਿਲੋ ਜੂਲ ਪਰ kg ਕੈਲਵਿਨ। ਨੈਕਸਟ ਅਸੀਂ ਗੱਲ ਕਰਾਂਗੇ ਸਪੈਸੀਫਿਕ ਹੀਟ ਕਪੈਸਿਟੀ ਐਟ ਕੌਨਸਟੈਂਟ ਪ੍ਰੈਸ਼ਰ ਆਫ ਦਾ ਗੈਸ, ਕਿ ਜਦੋਂ ਹੁਣ ਗੈਸ ਦਾ ਪ੍ਰੈਸ਼ਰ ਅਸੀਂ ਕੌਨਸਟੈਂਟ ਰੱਖਤਾ ਤਾਂ ਉਸ ਕੌਨਸਟੈਂਟ ਪ੍ਰੈਸ਼ਰ ਦੇ ਉੱਤੇ ਜੋ ਸਾਡੇ ਕੋਲ ਚੇਂਜਸ ਹੋਣਗੇ ਜਦੋਂ 1 ਡਿਗਰੀ ਸੈਂਟੀਗ੍ਰੇਡ ਗੈਸ ਦਾ ਟੈਂਪਰੇਚਰ ਵਧਾਇਆ ਜਾਂ ਘਟਾਇਆ ਜਾਏਗਾ, ਉਸ ਨੂੰ ਅਸੀਂ ਰਿਪਰੈਜ਼ੈਂਟ ਕਰਾਂਗੇ ਸਪੈਸੀਫਿਕ ਹੀਟ ਕਪੈਸਿਟੀ ਐਟ ਕੌਨਸਟੈਂਟ ਪ੍ਰੈਸ਼ਰ। ਇਹਨੂੰ ਪੜ੍ਹ ਕੇ ਵੀ ਦੇਖਦੇ ਹਾਂ। ਦ ਅਮਾਊਂਟ ਆਫ ਹੀਟ ਰਿਕੁਆਇਰਡ ਟੂ ਰੇਜ਼ ਦ ਟੈਂਪਰੇਚਰ ਆਫ ਦ ਗੈਸ ਯੂਨਿਟ ਮਾਸ ਆਫ ਦ ਗੈਸ 1 degree centigrade at constant pressure is known as specific heat at constant pressure।
ਇਸ ਨੂੰ ਰਿਪਰੈਜ਼ੈਂਟ ਕਰਦੇ ਹਾਂ ਅਸੀਂ CP ਦੇ ਨਾਲ। ਯੂਨਿਟਸ ਆਫ CP ਹੁੰਦੇ ਨੇ ਕਿਲੋ ਜਾਊਲ ਪਰ kg ਕੈਲਵਿਨ, ਜੋ ਯੂਨਿਟ ਸਾਡੇ ਕੋਲ ਕੌਨਸਟੈਂਟ ਵੋਲਿਊਮ ਵਾਲੇ ਦੇ ਸੀ ਐਜ਼ ਇਟ ਇਜ਼ ਯੂਨਿਟਸ ਇਹਦੇ ਵੀ ਸੇਮ ਹੋਣਗੇ। ਫਾਰਮੂਲਾ ਵੀ ਇਹਦੇ ਵਾਸਤੇ ਸੇਮ ਹੀ ਹੋਏਗਾ, CP ਇਜ਼ ਇਕੁਅਲਸ ਟੂ Q ਅਪੋਨ M ਇੰਟੂ ਡੈਲਟਾ T। ਸਿਰਫ ਇਹ ਫਰਕ ਹੈ ਕਿ ਉਸ ਜਗ੍ਹਾ 'ਤੇ ਅਸੀਂ CV ਕੈਲਕੂਲੇਟ ਕੀਤਾ ਸੀ ਪਿਛਲਾ, ਅਤੇ ਹੁਣ ਅਸੀਂ ਕੈਲਕੂਲੇਟ ਕਰ ਰਹੇ ਹਾਂ CP ਕੌਨਸਟੈਂਟ ਪ੍ਰੈਸ਼ਰ ਦੇ ਉੱਤੇ। ਸੋ ਇਸੇ ਨੂੰ ਹੀ ਜਦੋਂ ਅਸੀਂ ਫਾਰਮ ਚੇਂਜ ਕਰਾਂਗੇ ਤਾਂ ਸਾਡੇ ਕੋਲ ਫਾਰਮੂਲਾ ਬਣ ਜਾਏਗਾ Q ਇਜ਼ ਇਕੁਅਲਸ ਟੂ M ਇੰਟੂ CP ਇੰਟੂ T2 ਮਾਈਨਸ T1। ਸੋ ਆਓ ਛੋਟੇ ਜਿਹੇ ਇੱਕ ਐਕਸਪੈਰੀਮੈਂਟ ਦੇ ਥਰੂ ਸਮਝਦੇ ਹਾਂ ਇਸ ਚੀਜ਼ ਨੂੰ ਕਿ ਜਦੋਂ ਅਸੀਂ ਇਸ ਨੂੰ ਅਚੀਵ ਕਰਨਾ ਹੈ ਤਾਂ ਸਾਨੂੰ ਕਿਸ ਤਰ੍ਹਾਂ ਦਾ ਕੁਝ ਐਕਸਪੈਰੀਮੈਂਟ ਲੈਣਾ ਪਏਗਾ। ਸੋ ਤੁਸੀਂ ਦੇਖ ਪਾ ਰਹੇ ਹੋ ਕਿ ਅਸੀਂ ਇੱਕ ਕੰਟੇਨਰ ਲਿਆ, ਉਸ ਕੰਟੇਨਰ ਦੇ ਵਿੱਚ ਮੈਂ ਕੁਝ ਗੈਸ ਦੇ ਪਾਰਟੀਕਲਸ ਲੈ ਲਏ, ਮੈਂ ਪਿਸਟਨ ਲਿਆ ਔਰ ਉਸ ਦੇ ਉੱਤੇ ਕੁਝ ਡੈਡ ਵੇਟ ਅਪਲਾਈ ਕਰਤਾ। ਸੋ ਇਸ ਕੇਸ ਦੇ ਵਿੱਚ ਜੋ ਅਸੀਂ ਪ੍ਰੈਸ਼ਰ ਕੌਨਸਟੈਂਟ ਰੱਖਣਾ ਹੈ ਤਾਂ ਪ੍ਰੈਸ਼ਰ ਨੂੰ ਕਿਸ ਤਰੀਕੇ ਦੇ ਨਾਲ ਕੌਨਸਟੈਂਟ ਰੱਖਾਂਗੇ। ਨੀਚੇ ਬਰਨਰ ਅਸੀਂ ਲਗਾਇਆ ਹੈ, ਜਿਵੇਂ ਕੌਨਸਟੈਂਟ ਹੀਟ ਅਸੀਂ ਸਪਲਾਈ ਕੀਤੀ ਤਾਂ ਨੋ ਡਾਊਟ ਸਾਨੂੰ ਪਤਾ ਹੈ ਕਿ ਉਸ ਪਰਟੀਕੂਲਰ ਗੈਸ ਦਾ ਟੈਂਪਰੇਚਰ ਵੀ ਵਧੇਗਾ, ਪ੍ਰੈਸ਼ਰ ਵੀ ਵਧੇਗਾ ਅਤੇ ਵੋਲਿਊਮ ਵੀ ਵਧੇਗਾ। ਸੋ ਇਸ ਕੇਸ ਦੇ ਵਿੱਚ ਸਾਡਾ ਜੋ ਵੋਲਿਊਮ ਇਨਕਰੀਜ਼ ਹੋਏਗਾ ਉਹਦੇ ਬਾਰੇ ਅਸੀਂ ਸਮਝਦੇ ਹਾਂ, ਬਟ ਇਸ ਜਗ੍ਹਾ 'ਤੇ ਅਸੀਂ ਪ੍ਰੈਸ਼ਰ ਨਹੀਂ ਵਧਣ ਦੇਣਾ, ਪ੍ਰੈਸ਼ਰ ਨੂੰ ਅਸੀਂ ਕੌਨਸਟੈਂਟ ਰੱਖਣਾ ਹੈ। ਸੋ ਉਸ ਦੇ ਲਈ ਅਸੀਂ ਕੀ ਕੀਤਾ, ਜੋ ਮੇਰਾ ਪਿਸਟਨ ਅਤੇ ਸਿਲੰਡਰ ਦੀਆਂ ਬਾਊਂਡਰੀਜ਼ ਹੋਣਗੀਆਂ ਉਹਨਾਂ ਨੂੰ ਅਸੀਂ ਫ੍ਰਿਕਸ਼ਨਲੈਸ ਬਣਾ ਦਿੱਤਾ। ਸੋ ਉਸ ਕੇਸ ਦੇ ਵਿੱਚ ਕੀ ਹੋਏਗਾ ਕਿ ਜਿਵੇਂ ਜਿਵੇਂ ਗੈਸ ਦਾ ਪ੍ਰੈਸ਼ਰ ਵਧਣ ਦੀ ਕੋਸ਼ਿਸ਼ ਕਰੇਗਾ ਤਾਂ ਇਸ ਦਾ ਜੋ ਪਿਸਟਨ ਹੈ ਉਹ ਆਟੋਮੈਟਿਕਲੀ ਮੂਵ ਹੋਣਾ ਸਟਾਰਟ ਹੋ ਜਾਏਗਾ, ਜਿਸ ਦੇ ਕਰਕੇ ਜੋ ਉਹਦਾ ਅੰਦਰਲਾ ਵੋਲਿਊਮ ਹੋਏਗਾ ਉਹ ਆਟੋਮੈਟਿਕਲੀ ਇਨਕਰੀਜ਼ ਕਰਨਾ ਸਟਾਰਟ ਕਰ ਜਾਏਗਾ। ਸੋ ਇੱਥੇ ਅਸੀਂ ਦੇਖ ਰਹੇ ਹਾਂ ਕਿ ਇਸ ਜਗ੍ਹਾ 'ਤੇ ਜੋ ਗੈਸ ਦੀ ਇੰਟਰਨਲ એનર્ਜੀ ਹੈ ਉਹ ਤਾਂ ਇਨਕਰੀਜ਼ ਕਰ ਰਹੀ ਹੈ, ਮਤਲਬ ਉਹਦੇ ਅੰਦਰ ਕੁਝ ਚੇਂਜਸ ਆ ਰਹੇ ਨੇ, ਉਹਦੇ ਨਾਲ ਨਾਲ ਸਾਡਾ ਪ੍ਰੈਸ਼ਰ ਕੌਨਸਟੈਂਟ ਰਹਿ ਰਿਹਾ ਹੈ ਔਰ ਨਾਲ ਨਾਲ ਕੀ ਹੋ ਰਿਹਾ, ਵੋਲਿਊਮ ਚੇਂਜ ਹੋ ਰਿਹਾ ਹੈ। ਇਨੀਸ਼ੀਅਲੀ ਸਾਡੇ ਕੋਲ ਜੋ ਪਿਸਟਨ ਸੀ ਉਹ 1 ਕੰਡੀਸ਼ਨ 'ਤੇ ਸੀ, ਸੈਕੰਡਲੀ ਅਸੀਂ ਕਿਸੇ ਸੈਕਿੰਡ ਪੁਆਇੰਟ 'ਤੇ ਨੋਟ ਕੀਤਾ ਤਾਂ ਉਸ ਦੀ ਜੋ ਪੋਜੀਸ਼ਨ ਆਈ ਉਹ ਇਹ ਆਈ, ਤਾਂ 1 to 2 ਸਾਡੇ ਕੋਲ ਚੇਂਜ ਇਨ ਵੋਲਿਊਮ ਜਿੰਨਾ ਆਇਆ ਉੱਥੋਂ ਅਸੀਂ ਦੇਖਦੇ ਹਾਂ ਸਾਨੂੰ ਕੁਛ ਨਾ ਕੁਛ ਵਰਕ ਆਊਟਪੁੱਟ ਵੀ ਮਿਲ ਰਿਹਾ ਹੈ। ਸੋ ਇਸੇ ਵਿੱਚ ਅਸੀਂ ਦੇਖਿਆ ਕਿ ਸਾਡੇ ਕੋਲ ਹੀਟ ਸਪਲਾਈ ਕਰਨ ਦੇ ਨਾਲ ਵੋਲਿਊਮ ਦੇ ਵਿੱਚ ਵੀ ਚੇਂਜ ਆਇਆ, ਜਿਹਦੇ ਕਰਕੇ ਸਾਡੇ ਕੋਲ ਚੇਂਜ ਇਨ ਵੋਲਿਊਮ ਜਿਹਦਾ ਜੋ ਰਿਪਰੈਜ਼ੈਂਟ ਕਰ ਰਿਹਾ ਸਾਡੇ ਕੋਲ ਕਿਸੇ ਕੰਮ ਦੇ ਹੋਣ ਦੇ ਲਈ ਵਰਕ ਡਨ ਸਾਨੂੰ ਕੁਛ ਨਾ ਕੁਛ ਮਿਲਦਾ ਪਿਆ ਐਂਡ ਇੰਟਰਨਲ એનર્ਜੀ ਦੇ ਵਿੱਚ ਵੀ ਕੁਛ ਨਾ ਕੁਛ ਚੇਂਜ ਆ ਰਿਹਾ ਹੈ। ਸੋ ਇੱਥੋਂ ਅਸੀਂ ਦੇਖਦੇ ਹਾਂ ਦਾ ਵੈਲਿਊ ਆਫ CP ਇਜ਼ ਆਲਵੇਜ਼ ਗ੍ਰੇਟਰ ਦੈਨ CV, ਕਿਉਂਕਿ ਇਸ ਦੇ ਵਿੱਚ ਸਾਨੂੰ ਅਸੀਂ ਹੁਣੇ ਡਿਸਕਸ ਕੀਤਾ ਇੰਟਰਨਲ એનર્ਜੀ ਵੀ ਕੁਛ ਨਾ ਕੁਛ ਇਨਕਰੀਜ਼ ਕੀਤੀ ਅਤੇ ਕੁਛ ਨਾ ਕੁਛ ਵਰਕ ਡਨ ਵੀ ਮਿਲਿਆ। ਸੋ ਇਸ ਕਰਕੇ ਹਮੇਸ਼ਾ ਹੀ CP ਦੀ ਵੈਲਿਊ CV ਦੇ ਨਾਲੋਂ ਵੱਡੀ ਹੁੰਦੀ ਹੈ। ਸੋ ਇੱਥੇ ਨੈਕਸਟ ਦਿੱਤਾ ਹੋਇਆ ਦਾ ਵੈਲਿਊ ਆਫ CP ਫॉर 에ਅਰ ਇਜ਼ in SI system is 1.0035 ਕਿਲੋ ਜੂਲ ਪਰ ਕੈਲਵਿਨ kg ਕੈਲਵਿਨ। ਸੋ ਇੱਥੇ ਅਸੀਂ ਦੇਖਦੇ ਹਾਂ ਕਿ ਜੋ 에ਅਰ ਵਾਸਤੇ CP ਦੀ ਵੈਲਿਊ ਦਿੱਤੀ ਹੁੰਦੀ ਹੈ 1.0035 ਕਿਲੋ ਜੂਲ ਪਰ kg ਕੈਲਵਿਨ, ਜੋ ਕਿ CV ਵੈਲਿਊ ਦੇ ਨਾਲੋਂ ਜ਼ਿਆਦਾ ਹੈ। ਸੋ ਨੈਕਸਟ ਅਸੀਂ ਇੱਕ ਛੋਟੀ ਜਿਹੀ ਇੱਥੇ ਇੱਕ ਰਿਲੇਸ਼ਨ ਵੀ ਦਿੱਤਾ ਹੈ, ਛੋਟੀ ਜਿਹੀ ਇੱਕ ਇਕੁਏਸ਼ਨ ਬਣਾਈ ਹੈ ਜੋ ਕਿ ਰਿਪਰੈਜ਼ੈਂਟ ਕਰ ਰਹੀ ਹੈ ਸਾਡੇ ਕੋਲ CP ਮਾਈਨਸ CV ਇਜ਼ ਇਕੁਅਲ ਟੂ R, ਕਿ ਅਗਰ ਮੈਂ CP ਦੇ ਵਿੱਚੋਂ CV ਨੂੰ ਮਾਈਨਸ ਕਰਦਾ ਜੋ ਮੇਰੇ ਕੋਲ ਆਏਗਾ ਪਰਟੀਕੂਲਰ ਟਾਈਪ ਦੀ ਗੈਸ ਵਾਸਤੇ ਉਹ ਆਏਗਾ ਦੈਟ ਇਜ਼ R, ਜੋ ਕਿ ਸਾਡਾ ਰਿਪਰੈਜ਼ੈਂਟ ਕਰ ਰਿਹਾ ਹੈ ਕਰੈਕਟਰਿਸਟਿਕਸ ਗੈਸ ਕੌਨਸਟੈਂਟ, ਜਿਹਨੂੰ ਅਸੀਂ R ਦੇ ਨਾਲ ਰਿਪਰੈਜ਼ੈਂਟ ਕਰ ਰਹੇ ਹਾਂ। ਸੋ ਇਹਦੇ ਨਾਲ ਹੀ ਇਹ ਵੀਡੀਓ ਇੱਥੇ ਸਮਾਪਤ ਹੈ ਜੀ। ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦਾ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ। ਅਗਰ ਚੰਗਾ ਲੱਗਿਆ ਵੀਡੀਓ ਤਾਂ ਵੱਧ ਤੋਂ ਵੱਧ ਸ਼ੇਅਰ ਕਰਿਓ, ਲਾਈਕ ਦਿਓ ਔਰ ਕੋਈ ਸੁਝਾਅ ਹੋਇਆ ਤਾਂ ਸੁਝਾਅ ਵੀ ਜ਼ਰੂਰ ਦਿਓ। ਇਸ ਦੇ ਨਾਲ ਨਾਲ ਤੁਸੀਂ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ ਜਿਨ੍ਹਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ। ਓਕੇ ਜੀ, ਥੈਂਕ ਯੂ ਵੈਰੀ ਮਚ। ਸਤਿ ਸ਼੍ਰੀ ਅਕਾਲ ਜੀ।